सूहे सूट विच सुहाग रात दी सेज ते बैठी सिमर अपने सुपनिਆਂ ਦੇ ਰਾਜਕੁਮਾਰ ਦੇ ਆਉਣ ਦੀ ਉਡੀਕ ਕਰ ਰਹੀ ਸੀ। ਦਸੰਬਰ ਦਾ ਮਹੀਨਾ ਸੀ। ਰਾਤ ਹੋਣ ਕਰਕੇ ਠੰਡ ਲਗਾਤਾਰ ਵੱਧ ਰਹੀ ਸੀ। ਪੂਰੇ ਦਿਨ ਦੀ ਥਕਾਨ ਕਰਕੇ ਉਸ ਨੂੰ ਬਹੁਤ ਨੀਂਦ ਆ ਰਹੀ ਸੀ। ਬੈੱਡ ਦੇ ਸਿਰਹਾਣੇ ਨਾਲ ਟੇਕ ਲਾ ਕੇ ਆਪਣੀ ਆਉਣ ਵਾਲੀ ਜ਼ਿੰਦਗੀ ਦੇ ਸੁਨਹਿਰੇ ਸੁਪਨੇ ਸਿਰਜਣ ਲੱਗੀ। ਹੁਣ ਉਸ ਨੂੰ ਕਪਤਾਨ ਤੋਂ ਬਿਨਾਂ ਕੁਝ ਵੀ ਨਹੀਂ ਸੁੱਝ ਰਿਹਾ ਸੀ। ਬੈੱਡ ਦੇ ਨਾਲ ਵਾਲੀ ਮੇਜ਼ ਉੱਤੇ ਗਰਮ ਦੁੱਧ ਦੇ 2 ਗਿਲਾਸ ਢੱਕੇ ਪਏ ਸੀ। ਉਸ ਨੂੰ ਦੁੱਧ ਬਹੁਤ ਪਸੰਦ ਸੀ। ਉਸ ਦਾ ਦਿਲ ਕੀਤਾ ਕਿ ਦੁੱਧ ਪੀ ਕੇ ਆਰਾਮ ਨਾਲ ਸੌਂ ਜਾਵੇ। ਉਂਝ ਵੀ ਉਹ ਦੇਰ ਰਾਤ ਤੱਕ ਕਦੇ ਵੀ ਜਾਗ ਨਹੀਂ ਸਕਦੀ ਸੀ। ਸਕੂਲੀ ਪੜ੍ਹਾਈ ਦੌਰਾਨ ਉਸਦੇ ਭੈਣ ਭਰਾ ਦੇਰ ਰਾਤ ਤੱਕ ਪੜ੍ਹਦੇ ਰਹਿੰਦੇ ਸੀ, ਪਰ ਉਹ ਛੇਤੀ ਸੌਂ ਜਾਂਦੀ ਸੀ ਅਤੇ ਤੜਕੇ ਉੱਠ ਕੇ ਪੜ੍ਹਿਆ ਕਰਦੀ ਸੀ। ਅੱਜ ਤਾਂ ਉਸਦੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਹੋਣ ਜਾ ਰਹੀ ਸੀ। ਅੱਜ ਉਹ ਕਿਵੇਂ ਸੌਂ ਸਕਦੀ ਸੀ? ਵਿਆਹ ਦੀ ਤਿਆਰੀ ਕਰਕੇ ਉਹ ਸਰੀਰਕ ਤੌਰ ਤੇ ਥੱਕੀ ਪਈ ਸੀ ਅਤੇ ਹੁਣ ਮਾਨਸਿਕ ਤੌਰ ਤੇ ਅੱਜ ਬਾਰੇ ਸੋਚ ਪਰੇਸ਼ਾਨ ਹੋ ਰਹੀ ਸੀ। ਇਸ ਪਰੇਸ਼ਾਨੀ ਵਿੱਚ ਉਸਨੇ ਆਪਣੇ ਨੌਹਾਂ ਤੇ ਲੱਗੀ ਨੇਲ ਪਾਲਿਸ਼ ਦੰਦਾਂ ਨਾਲ ਖੁਰਚ ਕੇ ਅੱਧੀ ਉਤਾਰ ਦਿੱਤੀ। ਅੱਧ ਉਤਰੀ ਨੇਲ ਪਾਲਿਸ਼ ਕਰਕੇ ਹੁਣ ਉਸਦੇ ਹੱਥ ਸੋਹਣੇ ਨਹੀਂ ਲੱਗ ਰਹੇ ਸੀ। ਫਿਰ ਆਪਣੇ ਹੱਥਾਂ ਵੱਲ ਵੇਖ ਆਪਣੇ ਆਪ ਨੂੰ ਕਹਿਣ ਲੱਗੀ, ਜਦੋਂ ਕਪਤਾਨ ਆਪਣੇ ਹੱਥਾਂ ਵਿੱਚ ਮੇਰੇ ਹੱਥਾਂ ਨੂੰ ਫੜਨਗੇ ਤਾਂ ਮੇਰੀ ਉਂਗਲੀਆਂ ਵੱਲ ਵੇਖ ਕੇ ਕੀ ਸੋਚਣਗੇ। ਉਸਨੇ ਨੇਲ ਰਿਮੂਵਰ ਲੈਣ ਲਈ ਮੇਕਅਪ ਬਾਕਸ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਉਹ ਉਸ ਕਮਰੇ ਵਿੱਚ ਨਹੀਂ ਸੀ। ਫਿਰ ਉਸਨੇ ਆਪਣੇ ਆਪ ਨੂੰ ਕਿਹਾ ਕਿ ਮੈਂ ਉਸ ਨੂੰ ਦੱਸ ਦੇਵਾਂਗੀ ਕਿ ਇਹ ਤੁਹਾਡੇ ਆਉਣ ਦੀ ਉਡੀਕ ਵਿੱਚ ਹੋਇਆ। ਤੁਸੀਂ ਛੇਤੀ ਆ ਜਾਂਦੇ, ਐਵੇਂ ਇੰਨਾ ਇੰਤਜ਼ਾਰ ਕਰਵਾਇਆ। ਇਹ ਗੱਲ ਸੁਣ ਉਹ ਜ਼ਰੂਰ ਹੱਸ ਪਏਗਾ। ਫਿਰ ਉਹ ਬੈੱਡ ਤੋਂ ਉੱਠੀ ਅਤੇ ਚੁਬਾਰੇ ਵਾਲੀ ਖਿੜਕੀ ਚੋਂ ਹੇਠਾਂ ਝਾਕਿਆ। ਚਾਰੇ ਪਾਸੇ ਚੁੱਪ ਪਸਰੀ ਸੀ, ਜਿਵੇਂ ਸਾਰੇ ਗੂੜੀ ਨੀਂਦ ਸੌਂ ਗਏ ਹੋਣ। ਪਰ ਉਸਦਾ ਕਪਤਾਨ ਅਜੇ ਤੱਕ ਨਹੀਂ ਆਇਆ। ਉਸਨੇ ਮਨ ਹੀ ਮਨ ਵਿੱਚ ਕਿਹਾ, ਕੋਈ ਨਾ ਬੱਚੂ, ਮੈਂ ਵੀ ਤੈਨੂੰ ਹੱਥ ਨਹੀਂ ਲਾਉਣ ਦੇਣਾ, ਪੂਰਾ ਤੜਫਾਵਾਂਗੀ। ਖਿੜਕੀ ਚੋਂ ਆਉਂਦੀ ਠੰਡ ਨਾਲ ਉਸਦਾ ਸਰੀਰ ਕੰਬਣ ਲੱਗ ਗਿਆ। ਉਸਨੇ ਫਟਾਫਟ ਖਿੜਕੀ ਬੰਦ ਕੀਤੀ ਅਤੇ ਪਰਦਾ ਕਰ ਦਿੱਤਾ। ਫਿਰ ਉਹ ਆ ਕੇ ਬੈੱਡ ਤੇ ਬਹਿ ਕੇ ਕਪਤਾਨ ਦਾ ਇੰਤਜ਼ਾਰ ਕਰਨ ਲੱਗੀ। ਉਹਨਾਂ ਗੱਲਾਂ ਬਾਰੇ ਸੋਚਣ ਲੱਗੀ ਜੋ ਉਸਨੇ ਅੱਜ ਤੱਕ ਸ਼ਗਨਾਂ ਵਾਲੀ ਰਾਤ ਆਪਣੇ ਸਹਿਜਾਦੇ ਨਾਲ ਕਰਨੀਆਂ ਸੀ। ਉਸ ਨੂੰ ਆਪਣੀ ਭੂਆ ਦੀ ਗੱਲ ਯਾਦ ਆਈ, ਜਦੋਂ ਉਸਨੇ ਆਖਿਆ ਸੀ ਕਿ ਸਾਡੀ ਸਿਮਰ ਤਾਂ ਰਾਜ ਕਰੂ ਰਾਜ। ਸਿਮਰ ਕਲਪਨਾ ਵਿੱਚ ਹੀ ਕਪਤਾਨ ਨਾਲ ਗੱਲਾਂ ਕਰਦਿਆਂ ਕਪਤਾਨ ਨੂੰ ਕਹਿਣ ਲੱਗੀ, ਦੇਖੋ ਜੀ, ਬੇਸ਼ੱਕ ਮੈਂ ਸਧਾਰਨ ਪਰਿਵਾਰ ਤੋਂ ਹਾਂ, ਆਪਣੇ ਪੈਸੇ ਦਾ ਰੋਬ ਮੈਨੂੰ ਨਾ ਵਿਖਾਉਣਾ। ਬਸ ਮੈਨੂੰ ਤੁਹਾਡਾ ਪਿਆਰ ਚਾਹੀਦਾ। ਨਾਲੇ ਮੈਂ ਤੁਹਾਡੇ ਤੋਂ ਨਾਰਾਜ਼ ਹਾਂ। ਤੁਸੀਂ ਕਿੰਨਾ ਸਾਰਾ ਦਾਜ ਲਿਆ, ਪਤਾ ਵੀ ਹੈ। ਪਾਪਾ ਨੇ ਇਹ ਸਭ ਲਈ ਕਿੰਨਾ ਔਖਾ ਬੰਦੋਬਸਤ ਕੀਤਾ। ਨਾਲੇ ਮੈਂ ਕਿਸੇ ਦੇ ਪੈਰੀਂ ਹੱਥ ਨਹੀਂ ਲਾਉਣੇ। ਬਸ ਦੋਵੇਂ ਹੱਥ ਜੋੜ ਸਤਿ ਸ੍ਰੀ ਅਕਾਲ ਹੀ ਬੁਲਾਵਾਂਗੀ। ਇੱਕ ਗੱਲ ਹੋਰ ਸੁਣ ਲਓ, ਮੈਂ ਇੱਥੇ ਘੁੰਡ ਨਹੀਂ ਕੱਢਣਾ। ਫਿਰ ਆਪ ਹੀ ਮੁਸਕਰਾਉਣ ਲੱਗੀ ਕਿ ਅੱਜ ਕੱਲ ਕੌਣ ਘੁੰਡ ਕੱਢਦਾ, ਨਾਲੇ ਉਹ ਤਾਂ ਹੈ ਵੀ ਹੁਣ ਵੱਡੇ ਘਰ ਦੀ ਨੂੰ। ਉਸਨੇ ਸੋਚਿਆ ਕਿ ਮੈਂ ਅੱਜ ਹੀ ਸਾਰੇ ਕੌਲ ਕਰਾਰ ਕਰ ਲੈਣੇ ਨੇ। ਮੈਨੂੰ ਕਿਹੜਾ ਕਪਤਾਨ ਤੋਂ ਚੰਨ ਤਾਰੇ ਚਾਹੀਦੇ ਨੇ, ਪਰ ਹਾਂ, ਸਭ ਤੋਂ ਪਹਿਲਾਂ ਤਾਂ ਪੂਰੇ ਪਰਿਵਾਰ ਦੇ ਸੁਭਾਅ ਬਾਰੇ ਪੁੱਛਾਂਗੀ ਕਿ ਮੈਂ ਸਭ ਦਾ ਵਧੀਆ ਖਿਆਲ ਰੱਖ ਸਕਾਂ। ਫਿਰ ਉਹ ਸੋਚਣ ਲੱਗੀ ਕਿ ਕਪਤਾਨ ਜਦ ਕਮਰੇ ਵਿੱਚ ਆਵੇ, ਮੈਂ ਉਸਦੇ ਪੈਰੀਂ ਹੱਥ ਲਾਵਾਂ ਜਾਂ ਉਸਦੇ ਗਲ ਵਿੱਚ ਬਾਹਾਂ ਪਾ ਕੇ ਉਸਦਾ ਸਵਾਗਤ ਕਰਾਂ। ਅਜੇ ਉਹ ਇਸ ਘੁੰਮਣ ਘੇਰੀ ਵਿੱਚ ਹੀ ਸੀ ਕਿ ਉਸ ਨੂੰ ਬਾਹਰ ਬਿੜਕ ਹੋਈ ਜਿਵੇਂ ਕੋਈ ਹੈ। ਉਹ ਬੈੱਡ ਤੇ ਘੁੰਡ ਕੱਢ ਬਹਿ ਗਈ। ਕਮਰੇ ਦੀ ਕੁੰਡੀ ਨਹੀਂ ਲੱਗੀ ਸੀ। ਜ਼ੋਰ ਦੀ ਦਰਵਾਜ਼ਾ ਖੋਲ ਕੇ ਕਪਤਾਨ ਅੰਦਰ ਵੜਿਆ। ਉਸਦਾ ਇੱਕ ਪੈਰ ਕਿਤੇ ਤੇ ਦੂਜਾ ਪੈਰ ਕਿਤੇ ਜਾ ਰਿਹਾ ਸੀ। ਬੜੀ ਮੁਸ਼ਕਲ ਨਾਲ ਉਹ ਬੈੱਡ ਤੱਕ ਗਿਆ ਅਤੇ ਬੇਸ਼ੁੱਧ ਹੋਇਆ ਮੂੰਹ ਮੂੰਹ ਬੈੱਡ ਤੇ ਗਿਰ ਗਿਆ। ਸਿਮਰ ਉਸ ਦੀ ਇਹ ਹਾਲਤ ਵੇਖ ਘਬਰਾ ਗਈ। ਉਸ ਨੂੰ ਲੱਗਿਆ ਕਿ ਸ਼ਾਇਦ ਉਸ ਨੂੰ ਕਮਰੇ ਤੱਕ ਛੱਡਣ ਲਈ ਕੋਈ ਆਇਆ ਹੋਣਾ, ਪਰ ਕੋਈ ਨਹੀਂ ਸੀ। ਪੂਰਾ ਕਮਰਾ ਸ਼ਰਾਬ ਦੀ ਹਵਾੜ ਨਾਲ ਭਰ ਗਿਆ। ਉਸ ਦਾ ਦਿਲ ਕਰੇ ਕਿ ਉਹ ਬਾਹਰ ਚਲੀ ਜਾਵੇ, ਪਰ ਉਹ ਚਾਹ ਕੇ ਵੀ ਇਸ ਤਰ੍ਹਾਂ ਨਾ ਕਰ ਸਕੀ। ਉਸਨੇ ਉੱਠ ਕੇ ਕਮਰੇ ਦੀ ਕੁੰਡੀ ਬੰਦ ਕੀਤੀ ਅਤੇ ਉਸ ਦੀਆਂ ਬੂਟ ਜਰਾਬਾਂ ਉਤਾਰ ਕੇ ਉਸ ਨੂੰ ਸਿੱਧਾ ਕਰਕੇ ਬੈੱਡ ਤੇ ਪਾਇਆ ਅਤੇ ਉੱਤੇ ਕੰਬਲ ਦੇ ਦਿੱਤਾ। ਦੁੱਧ ਦੇ ਦੋਵੇਂ ਗਲਾਸ ਠੰਡੇ ਹੋ ਚੁੱਕੇ ਸੀ। ਆਪਣੇ ਦਿਲ ਦੀਆਂ ਅਧੂਰੀਆਂ ਗੱਲਾਂ ਦਿਲ ਵਿੱਚ ਲੈ ਉਹ ਦੂਜੇ ਪਾਸੇ ਮੂੰਹ ਕਰਕੇ ਸੌਂ ਗਈ। ਸੋ ਦੋਸਤੋ, ਸਾਡੀ ਵੀਡੀਓ ਦਾ ਮਤਲਬ ਇਹੀ ਹੈ ਕਿ ਜੇਕਰ ਕੋਈ ਬੇਗਾਨੀ ਧੀ ਸਾਰਾ ਕੁਝ ਛੱਡ ਛਡਾ ਕੇ ਸਾਡੇ ਘਰ ਆ ਜਾਵੇ ਤਾਂ ਅਸੀਂ ਉਸਦੇ ਸੁਪਨਿਆਂ ਨੂੰ ਆਪਣੀ ਪੀਤੀ ਸ਼ਰਾਬ ਵਿੱਚ ਤਬਦੀਲ ਕਰ ਦਈਏ ਤਾਂ ਇਸ ਤੋਂ ਵੱਡਾ ਕੋਈ ਪਾਪ ਨਹੀਂ ਹੋਵੇਗਾ। ਦੋਸਤੋ, ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ, ਲਾਈਕ, ਕਮੈਂਟ, ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ।